ਮੈਰੀਟੋਰੀਅਸ ਮੈਥ ਲੈਕਚਰ ਪੇਪਰ ਸੋਲਵ ਵਾਲੀ ਇਹ ਆਪਣੀ 5th ਵੀਡੀਓ ਆ। ਪਹਿਲੀਆਂ 4 ਵੀਡੀਓਜ਼ ਵਿੱਚ ਆਪਾਂ 80 ਤੱਕ ਸਮ ਸੋਲਵ ਕਰ ਚੁੱਕੇ ਹਾਂ। ਹੁਣ ਆਪਾਂ ਨੈਕਸਟ ਸਮ ਸੋਲਵ ਕਰਨ ਜਾ ਰਹੇ ਹਾਂ। ਸੋ 81st ਹੈ ਦ ਇਕੁਏਸ਼ਨ ਆਫ ਪੈਰਾਬੋਲਾ ਵਿਦ ਫੋਕਸ 3,0 ਐਂਡ ਡਾਇਰੈਕਟ੍ਰਿਕਸ x + 3 = 0। ਆਪਾਂ ਨੂੰ ਫੋਕਸ ਗਿਵਨ ਆ ਤੇ ਡਾਇਰੈਕਟ੍ਰਿਕਸ ਦੀ ਇਕੁਏਸ਼ਨ ਗਿਵਨ ਆ। ਪੈਰਾਬੋਲਾ ਦੀ ਇਕੁਏਸ਼ਨ ਫਾਈਂਡ ਕਰਨੀ ਤਾਂ ਆਪਣੇ ਕੋਲ 4 ਤਰ੍ਹਾਂ ਦੇ ਪੈਰਾਬੋਲਾਸ ਹੁੰਦੇ ਆ। ਜਿਹੜਾ ਫੋਕਸ ਹੁੰਦਾ, ਦੇਖੋ ਫੋਕਸ ਆਪਾਂ ਨੂੰ ਆਈਡੀਆ ਦੱਸ ਦਿੰਦਾ ਹੁੰਦਾ ਵੀ ਇਹਦਾ ਜਿਹੜਾ ਮੂੰਹ ਆ ਕਿੱਧਰ ਨੂੰ ਖੁੱਲਾ ਹੋਊਗਾ, ਵੀ ਕਿਹੜਾ ਪੈਰਾਬੋਲਾ ਹੋਊਗਾ, ਰਾਈਟ ਹੈਂਡ ਹੋਊਗਾ, ਲੈਫਟ ਹੈਂਡ ਹੋਊਗਾ, ਅਪਵਰਡ ਜਾਂ ਡਾਊਨਵਰਡ। ਤਾਂ ਅਸੀਂ ਦੇਖ ਸਕਦੇ ਹਾਂ ਵੀ ਫੋਕਸ ਆ ਜਿਹੜਾ ਉਹ ਐਕਸ ਐਕਸਿਸ ਤੇ ਲਾਈ ਕਰ ਰਿਹਾ। ਫੋਕਸ ਲਾਈ ਔਨ ਐਕਸ ਐਕਸਿਸ। ਜਿੱਧਰਲੀ ਸਾਈਡ ਫੋਕਸ ਹੁੰਦਾ ਉਧਰ ਨੂੰ ਹੀ ਪੈਰਾਬੋਲਾ ਦਾ ਮੂੰਹ ਖੁੱਲਾ ਹੁੰਦਾ। ਇੱਥੇ ਫੋਕਸ ਆ ਨਾ, ਇਹਦਾ ਮਤਲਬ ਪੈਰਾਬੋਲਾ ਇਸ ਤਰ੍ਹਾਂ ਦਾ ਹੋਊਗਾ, ਰਾਈਟ ਹੈਂਡ ਪੈਰਾਬੋਲਾ ਹੋਊਗਾ। ਇਹਦਾ ਮਤਲਬ ਇਕੁਏਸ਼ਨ ਕੀ ਹੋਊਗੀ ਇਹਦੀ, y² = 4ax ਰਾਈਟ ਹੈਂਡਡ ਦੀ ਸਟੈਂਡਰਡ ਇਕੁਏਸ਼ਨ ਆ। ਤੇ ਬਸ ਆਪਾਂ a ਲੱਭਣਾ ਹੁੰਦਾ। ਫੋਕਸ ਦੇ ਕੋਆਰਡੀਨੇਟ ਹੁੰਦੇ ਆ a, 0 ਵਰਟੈਕਸ ਤੋਂ a ਡਿਸਟੈਂਸ ਤੇ ਹੁੰਦਾ ਇਹ, ਜਿੱਧਰ ਨੂੰ ਵੀ ਮੂੰਹ ਖੁੱਲਾ ਹੋਵੇ। ਸੋ ਹੇਅਰ a ਕਿੰਨਾ ਆਪਣੇ ਕੋਲ 3। ਸੋ ਪੁੱਟ ਕਰ ਦਿਓ ਇਹਦੇ 'ਚ, ਇਕੁਏਸ਼ਨ ਨਾਲ ਦੀ ਨਾਲ ਮਿਲ ਜਾਣੀ ਹੈ 12x। ਡਾਇਰੈਕਟ੍ਰਿਕਸ ਦਾ ਰੋਲ ਇਹ ਸੀਗਾ ਇਹਦੇ 'ਚ ਕਿ ਇਹ ਸਟੈਂਡਰਡ ਇਕੁਏਸ਼ਨ ਆ ਪੈਰਾਬੋਲਾ ਦੀ। ਆਪਾਂ ਦੇਖ ਸਕਦੇ ਹਾਂ ਜਿੰਨੀ ਫੋਕਸ ਵੀ ਦੇਖੋ 3 ਡਿਸਟੈਂਸ ਤੇ ਆ, ਡਾਇਰੈਕਟ੍ਰਿਕਸ ਵੀ x = -3 ਇਕੁਏਸ਼ਨ ਆ, ਮਤਲਬ ਕਿ ਵਰਟੈਕਸ ਤੋਂ 3 ਡਿਸਟੈਂਸ ਤੇ ਹੀ ਆ ਇੱਧਰਲੀ ਸਾਈਡ। ਸੋ ਇਹਦਾ ਮਤਲਬ ਸਟੈਂਡਰਡ ਇਕੁਏਸ਼ਨ ਆ। ਬਿਕੋਜ਼ ਕਈ ਵਾਰ ਸਟੈਂਡਰਡ ਨਹੀਂ ਵੀ ਹੁੰਦੀ ਕਿ ਆਪਾਂ ਨੂੰ ਜਿਹੜਾ ਓਰੀਜਨ ਸ਼ਿਫਟ ਕਰਨਾ ਪੈਂਦਾ ਹੁੰਦਾ, ਫਿਰ ਆਪਾਂ ਪ੍ਰੋਪਰ ਸਟੈਂਡਰਡ ਇਕੁਏਸ਼ਨ ਬਣਦੀ ਹੁੰਦੀ ਹੈ। ਸੋ ਡਾਇਰੈਕਟ੍ਰਿਕਸ ਦਾ ਰੋਲ ਇੰਨਾ ਕਾ ਵੀ ਇਹ ਸਟੈਂਡਰਡ ਇਕੁਏਸ਼ਨ ਆ। ਸਟੈਂਡਰਡ ਇਕੁਏਸ਼ਨ ਦਾ ਡਾਇਰੈਕਟ ਫਾਰਮੂਲਾ ਲਾਇਆ, a ਦੀ ਵੈਲਿਊ ਭਰੀ, ਆਨਸਰ ਆ ਗਿਆ। ਫਿਰ ਨੈਕਸਟ ਹੈ 82nd ਦ ਰੇਡੀਅਸ ਆਫ ਸਰਕਲ ਪਾਸਿੰਗ ਥਰੂ ਫੋਕਾਈ ਆਫ ਦ ਲਿਪਸ ਐਂਡ ਹੈਵਿੰਗ ਇਟ ਸੈਂਟਰ। ਇੱਕ ਸਰਕਲ ਦਾ ਰੇਡੀਅਸ ਫਾਈਂਡ ਕਰਨਾ ਆਪਾਂ। ਉਹ ਸਰਕਲ ਬਾਰੇ ਕੀ ਦੱਸਿਆ ਵੀ ਇਹਦੇ ਫੋਕਸ ਚੋਂ ਲੰਘ ਰਿਹਾ, ਮਤਲਬ ਫੋਕਾਈ ਦੋਨਾਂ ਫੋਕਸ ਚੋਂ ਲੰਘ ਰਿਹਾ ਲਿਪਸ ਦੇ, ਤੇ ਸੈਂਟਰ ਸਰਕਲ ਦਾ ਹੈਗਾ 0,3। ਤਾਂ ਆਪਾਂ ਇਹਦਾ ਪਹਿਲਾਂ ਫੋਕਸ ਲੱਭਦੇ ਹਾਂ। ਇਹਦੇ ਦੋਵੇਂ ਫੋਕਸ ਲੱਭਦੇ ਹਾਂ, ਫੋਕਾਈ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਤਾਂ x² ਦਾ ਡਿਨੋਮੀਨੇਟਰ ਵੱਡਾ ਤਾਂ x ਵਾਲਾ ਲਿਪਸ ਹੋਊਗਾ, ਇਸ ਤਰ੍ਹਾਂ ਦਾ ਲਿਪਸ ਆ। ਲਿਪਸ ਵਿੱਚ ਵੱਡੇ ਵਾਲਾ ਜਿਹੜਾ ਹੁੰਦਾ ਉਹ a² ਹੁੰਦਾ, ਵੱਡਾ ਡਿਨੋਮੀਨੇਟਰ, ਛੋਟਾ ਡਿਨੋਮੀਨੇਟਰ b² ਹੁੰਦਾ। ਹਾਈਪਰਬੋਲਾ 'ਚ ਅੱਗੇ ਵਾਲੇ ਦਾ ਰੋਲ ਹੁੰਦਾ, ਅਗਲਾ ਵਾਲਾ ਜਿਹੜਾ ਹੁੰਦਾ ਉਹ a², ਪਿਛਲੇ ਵਾਲਾ b²। ਇਹ 'ਚ ਵੱਡੇ ਵਾਲੇ ਦਾ ਰੋਲ ਆ, ਵੱਡਾ a², ਛੋਟਾ b²। ਇਹ 'ਚ a b ਮੰਨ ਕੇ ਚੱਲਦੀ। ਸੋ ਇੱਥੋਂ c ਲੱਭ ਲੈਂਦੇ ਆਪਾਂ, a² - b² ਦਾ ਅੰਡਰ √7 ਆ ਗਿਆ। ਸੋ ਫੋਕਾਈ ਦੇ ਕੋਆਰਡੀਨੇਟਸ ਆਪਣੇ ਕੋਲ ਹੁੰਦੇ ਆ +-c, 0 ਡੈਟ ਇਜ਼ +-√7, 0। ਫੋਕਸ ਮਿਲ ਗਿਆ ਆਪਾਂ। ਹੋ ਸਕਦਾ ਤੁਸੀਂ ਦੂਸਰੇ ਫਾਰਮੂਲੇ ਨਾਲ ਯਾਦ ਰੱਖਿਆ ਹੋਇਆ ਹੋਵੇ, ਉਹ ਵੀ ਠੀਕ ਹੈ। a, 0 ਪਹਿਲਾਂ ਤੁਹਾਨੂੰ e ਲੱਭਣਾ ਪੈਣਾ ਸੀਗਾ, ਫਿਰ ਉਦੋਂ ਆਹ ਵਾਲੇ ਫਾਰਮੂਲੇ ਨਾਲ। ਇਹ ਡਿਪੈਂਡ ਕਰਦਾ, ਜੇ ਗ੍ਰੈਜੂਏਸ਼ਨ ਲੈਵਲ 'ਚ ਆਪਾਂ ਇਸ ਤਰ੍ਹਾਂ ਦੇ ਫਾਰਮੂਲੇ ਨਾਲ ਕਰ ਲੈਂਦੇ ਹਾਂ, +1 2 ਲੈਵਲ 'ਚ ਆਪਾਂ ਫਿਰ ਆਹ c ਦੀ ਫਾਰਮ 'ਚ ਫਾਰਮੂਲੇ ਯੂਜ਼ ਕਰਦੇ ਹਾਂ। ਸੋ ਜੇ ਤੁਹਾਨੂੰ ਆਹ ਯਾਦ ਆ, ਤੁਸੀਂ ਇੱਥੋਂ b² a² ਭਰ ਕੇ e ਲੱਭ ਲਓ, ਸਿੱਧਾ ਫੋਕਸ ਫਿਰ +-a, 0 ਆ ਜਾਓ ਫੋਕਾਈ ਦੇ ਕੋਆਰਡੀਨੇਟਸ। ਸੋ ਆਪਣਾ ਹੁਣ ਸਰਕਲ ਆ, ਇਹਨਾਂ ਦੋਵਾਂ ਪੁਆਇੰਟ 'ਚੋਂ ਪਾਸ ਕਰ ਰਿਹਾ, ਤੇ ਸੈਂਟਰ ਆਪਾਂ ਨੂੰ ਦੱਸਿਆ ਹੋਇਆ ਸੀ ਉਹਦਾ 0,3, ਸੈਂਟਰ 0,3। ਤਾਂ ਰੇਡੀਅਸ ਫਾਈਂਡ ਕਰਨਾ। ਆਹ ਪੁਆਇੰਟ ਹੋ ਗਿਆ, ਐਨੀ ਪੁਆਇੰਟ ਔਨ ਦਾ ਸਰਕਲ, ਠੀਕ ਹੈ। ਇੱਥੇ √7, 0 ਹੋਊਗਾ, ਕਿਤੇ -√7, 0 ਪੁਆਇੰਟ ਹੋ ਗਿਆ, ਮਤਲਬ ਇੱਕ ਪੁਆਇੰਟ ਇਨਫ ਆਪਾਂ ਨੂੰ ਤਾਂ। ਤੇ ਆਪਾਂ ਨੂੰ ਸੈਂਟਰ ਵੀ ਪਤਾ ਨਾਲ। ਰੇਡੀਅਸ ਕੀ ਹੁੰਦਾ, ਡਿਸਟੈਂਸ ਬਿਟਵੀਨ ਸੈਂਟਰ ਐਂਡ ਐਨੀ ਪੁਆਇੰਟ ਔਨ ਦਾ ਸਰਕਲ। ਸੋ ਇਹਨਾਂ 'ਚ ਲੱਭ ਲਓ ਬਸ ਡਿਸਟੈਂਸ। ਇੱਕ ਹੀ ਪੁਆਇੰਟ ਇਨਫ ਆ, ਪਲੱਸ ਵਾਲੇ ਚੱਕ ਲਿਆ ਬਸ। √7 - 0² +0 - 3 ਦਾ ਹੋਲ ਸਕੁਏਅਰ, ਸਾਰੇ ਦਾ ਅੰਡਰ ਰੂਟ। 7 + 9 ਦਾ ਅੰਡਰ ਰੂਟ, 16 ਦਾ ਅੰਡਰ ਰੂਟ 4 ਆ ਗਿਆ। ਸੋ ਰੇਡੀਅਸ ਮਿਲ ਗਿਆ ਆਪਾਂ ਨੂੰ ਸਰਕਲ ਦਾ, ਕਿੰਨਾ ਮਿਲ ਗਿਆ, 4। ਆਪਸ਼ਨ ਨੰਬਰ A। ਫਿਰ ਨੈਕਸਟ 83rd ਡਿਸਟੈਂਸ ਬਿਟਵੀਨ ਫੋਕਾਈ ਇਜ਼ 8 ਐਂਡ ਐਸੈਂਟ੍ਰਿਸਿਟੀ ਇਜ਼ √2। ਇਕੁਏਸ਼ਨ ਫਾਈਂਡ ਕਰਨੀ ਆ ਹਾਈਪਰਬੋਲਾ ਦੀ। ਹੁਣ ਹਾਈਪਰਬੋਲਾ ਇਸ ਵਾਰ ਫੋਕਾਈ ਵਿੱਚ ਡਿਸਟੈਂਸ 8 ਆ, ਤਾਂ ਫੋਕਾਈ ਵਿੱਚ ਡਿਸਟੈਂਸ ਆਪਣੇ ਕੋਲ ਹੁੰਦਾ 2c। ਬਿਕੋਜ਼ ਫੋਕਸ ਦੇ ਕੋਆਰਡੀਨੇਟ ਆਪਾਂ ਮੰਨਦੇ ਹਾਂ c, 0 ਇੱਕ -c, 0। ਤਾਂ ਮੰਨ ਲਓ ਇੱਥੇ ਜਿਵੇਂ c ਹੈ, ਇੱਥੇ -c ਹੋਵੇ, ਤਾਂ ਡਿਸਟੈਂਸ c ਇੱਧਰ 2c ਹੁੰਦਾ ਡਿਸਟੈਂਸ। ਸੋ 2c ਆਪਾਂ ਨੂੰ 8 ਦਿੱਤਾ ਹੋਇਆ। ਅਸੈਂਟ੍ਰਿਸਿਟੀ ਕਹਿੰਦੇ √2 ਆ, ਅਸੈਂਟ੍ਰਿਸਿਟੀ ਦਿੱਤੀ ਆ √2। ਅਸੈਂਟ੍ਰਿਸਿਟੀ ਹੁੰਦਾ c/a। ਇੱਥੋਂ c ਮਿਲ ਗਿਆ ਆਪਾਂ ਨੂੰ 4। c ਇੱਥੇ ਪੁੱਟ ਕਰਕੇ ਆਪਾਂ b ਵੀ ਲੱਭ ਲੈਂਦੇ ਹਾਂ। c ਇੱਥੇ ਪੁੱਟ ਕਰਤਾ,
तो ਆਪਾਂ ਨੂੰ a मिल जूगा। चलो पहला a आऊगा, पहला a मिल गया ਆਪਾਂ ਨੂੰ 4/√2 डैट इज़ 2√2। पहला a मिल गया। हुण आपां b लभदे हां। नाउ हाइपरबोला च c स्केयर ते a स्केयर b स्केयर नाल की रिलेशन हुंदा? प्लस हुंदा। इक्वेशन च माइनस आ, इन्हां दे इत्थे प्लस हुंदा। एलिप्स वेले इत्थे माइनस हुंदा, इक्वेशन च प्लस हुंदा। c वेले पुट्ठा मतलब साइन रखना आपां। सो 16 अपने कोल हैगा 2√2 का स्केयर 8 b स्केयर। सो b स्केयर 8 मिल गया आपां नूं इत्थों। ए भी आ गया, बी स्केयर भी आ गया। हुण आपां हाइपरबोला की इक्वेशन फाइंड करनी है। इक्वेशन ऑफ हाइपरबोला इज तो की हुंदी है इक्वेशन अपने कोल एक्स स्केयर बाय ए स्केयर माइनस वाई स्केयर बाय बी स्केयर इक्वल टू 1। ए स्केयर अपने कोल 8 आ 2√2 का, बी स्केयर भी 8। सो आ बन गई एक्स स्केयर माइनस वाई स्केयर इज इक्वल टू 8। ऑप्शन नंबर ए बन गया। ऑप्शन नंबर ए। सो नेक्स्ट देखते हैं फिर एंगल फाइंड करना। एंगल बिटवीन लाइनस, लाइन एंड प्लेन। एक लाइन आ ते एक प्लेन आ अपने को, तो इन्हां विचकार एंगल फाइंड करना। तो देखो इन्हां विचकार एंगल का फॉर्मूला हुंदा अपने को साइन थीटा A1 A2 B1 B2 प्लस C1 C2 अपॉन इन्हां दे जिहड़े डायरैक्शन रेशियो उन्हां दा स्केयर करके अंडर रूट। इत्थे देखो तीन तरह के क्वेश्चन पूछ सकते होंगे आ। जे तो एंगल बिटवीन टू लाइनस होवे, दोनों ही लाइनस होण तो कॉस थीटा आऊगा। दोनों ही प्लेन्स होण फिर भी कॉस थीटा आऊगा। एक लाइन एक प्लेन होवे फिर साइन थीटा आंदा। बिकॉज एक्चुअली ना कॉस 90 माइनस थीटा बन जाता हुंदा। और नॉर्मल टू प्लेन नाल एंगल देखना हुंदा आपां। तो डायरैक्ट याद रख सकते हो दोनों लाइनस का कॉस थीटा, दोनों प्लेन्स वेले कॉस थीटा। एक लाइन एक प्लेन आ तो साइन थीटा आ जाना। A1 B1 C1 की आ डायरैक्शन रेशो लाइन दी, A2 B2 C2 डायरैक्शन रेशो नॉर्मल टू प्लेन दी। तो इत्थों डायरैक्शन रेशो आ हुंदे आ A प्लस लैमडा B, आ B वैक्टर हुंदा है। डायरैक्शन रेशो हुंदे आ 1 माइनस ते 1 1 माइनस 1 आ किहड़े सी 1 माइनस 1 ते 1। हाँ तो प्लेन दे नॉर्मल टू प्लेन दे 2 माइनस 1 1 2 माइनस 1 1। सो इत्थे A1 A2 B1 B2 C1 C2 करन लगे 1 इंटू 2 प्लस माइनस 1 इंटू माइनस 1 प्लस 1 इंटू 1 अपॉन स्केयर करके अंडर रूट 1 स्केयर प्लस माइनस 1 स्केयर 1 स्केयर सारे अंडर रूट। इधर फिर 2 स्केयर माइनस 1 स्केयर 1 स्केयर अगेन सारे अंडर रूट। सो 2 1 तो 1 4 बन गया। ये बन गया √3 √6 4/√18 बन गया। 4/√18 कितना होंदा 3√2। सो थीटा मिल गया साइन इनवर्स 4/3√2। देख लेने ऑप्शन 4/3√2। हाँ इनू बस 4 नू की लिखता इन्होंने 4 नू लिख सकते हैं 2√2 इंटू √2। रैशनलाइज कर लो जां सीधा इस तरह लिख लो, एक ही गल आ। 4 नू 2 इंटू 2 लिख सकते हैं, दूजे 2 नू √2 इंटू √2 लिखता 2√2/3 बन गया। जां रैशनलाइज कर लो √2 ना मल्टीप्लाई डिवाइड फिर भी उन्ना ही बन जाना 2√2/3। सो ऑप्शन नंबर सी बन गया। फिर नेक्स्ट है इफ द लाइन लाइज एग्जैक्टली इन द प्लेन द वैल्यू ऑफ के। एक लाइन आ कहते प्लेन दे उपर लाई कर रही है। आ मान लो प्लेन आ प्लेन आ मान लो आ अपनी लाइन। तो जो लाइन प्लेन के उपर लाई करती होंगी है, इन द प्लेन कह लो या ऑन द प्लेन कह लो, तो अपने को दो कंडीशन होंदियां इत्थों आपां नूं दो चीज़ां मिल जांदियां। एक तो आपां नूं देखो जिहड़ा हुण लाइन के उपर पॉइंट आ वो पॉइंट हुण प्लेन के उपर भी हो गया। लाइन जिहड़े पॉइंट चों पास कर रही सी प्लेन भी तो हुण उसे पॉइंट चों पास करूगा ना, क्योंकि सारी की सारी लाइन ही प्लेन के उत्ते। सो एक तो प्लेन नूं मिल जाता पॉइंट मिल जाता। दूजा जिहड़ा हुंदा नॉर्मल टू प्लेन आ वो जिहड़ा लाइन दे आ वो परपेंडिकुलर हो जाता। सो दो कंडीशन मिल जांदियां हुंदियां उदों। एक तो आपां नूं पॉइंट मिल जाता प्लेन पासिस थ्रू दैट पॉइंट थ्रू विच लाइन वॉज पासिंग, एंड सैकेंड नॉर्मल टू प्लेन बिकम्स परपेंडिकुलर टू दैट लाइन। तो आपां नूं देखो इत्थे किहड़ी कंडीशन के फाइंड करन च हैल्प करूगी। तो आ देखो के पॉइंट च फिरदा ना 4 2 ते के 4 2 के लाइन आ पॉइंट चो पास कर रही सी बिकॉज x माइनस x1 बाय y माइनस y1 बाय b z माइनस z1 बाय c x1 y1 z1 आ पॉइंट सीगा।
ਲਾਈਨ ਇਹ 'ਚੋਂ ਪਾਸ ਕਰ ਰਹੀ ਸੀ ਪਰ ਸਾਰੀ ਦੀ ਸਾਰੀ ਲਾਈਨ ਪਲੇਨ ਤੇ ਆ। ਸੋ ਹੁਣ ਪਲੇਨ ਇਸ ਪੁਆਇੰਟ 'ਚੋਂ ਪਾਸ ਕਰ ਰਹੀ, ਪਲੇਨ ਪਾਸਿਸ ਥਰੂ ਦਿਸ, ਪਲੇਨ ਇਹ 'ਚੋਂ ਪਾਸ ਕਰ ਰਹੇ ਆ। ਸੋ ਬਸ ਪਲੇਨ ਨੂੰ ਇਸ ਪੁਆਇੰਟ ਨੂੰ ਪਾਸ ਕਰਾ ਦਿਓ ਪਲੇਨ 'ਚੋਂ। therefore 2 into 4, 4 into 2 plus k is equal to 7, 8 minus 8 plus k is equal to 7, k मिल गया 7, सो k ਦੀ ਵੈਲਿਊ ਆ ਗਈ 7। ਸੈਕੰਡ ਕੰਡੀਸ਼ਨ ਵੀ ਕੰਮ ਆ ਸਕਦੀ ਸੀ। ਮੰਨ ਲਓ k ਕਿਤੇ ਇੱਥੇ ਪਿਆ ਹੁੰਦਾ, ਇੱਥੇ ਮੰਨ ਲਓ k ਦੀ ਵੈਲਿਊ ਆਪਾਂ ਨੂੰ ਦੱਸ ਹੀ ਦਿੰਦੇ, ਕੁਝ 1 2 ਵਗੈਰਾ ਕੁਝ ਵੀ, ਮੰਨ ਲਓ 1 ਹੁੰਦਾ, k ਇੱਥੇ ਰੱਖ ਦਿੰਦੇ ਅਨਨੋਨ। ਫਿਰ ਆਪਣੀ ਦੂਜੀ ਕੰਡੀਸ਼ਨ ਕੰਮ ਆਉਣੀ ਸੀ ਕਿ ਨਾਰਮਲ ਟੂ ਪਲੇਨ ਆ ਜਿਹੜਾ ਉਹ ਲਾਈਨ ਦੇ ਪਰਪੈਂਡੀਕੂਲਰ ਹੋ ਜਾਊਗਾ। ਸੋ ਫਿਰ ਆਪਾਂ ਕਰਦੇ 2 ਪਰਪੈਂਡੀਕੂਲਰ ਵਾਲੀ ਕੰਡੀਸ਼ਨ ਲਾਉਂਦੇ a1 a2 b1 b2 c1 c2 is equal to 0, 2 into 1 plus minus 4 into 1 plus 1 into k is equal to 0। ਸੋ ਦੋਨੋਂ ਕੰਡੀਸ਼ਨ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਪੁਆਇੰਟ ਵਾਲੀ ਵੀ ਕੰਮ ਆ ਸਕਦੀ ਹੈ ਤੇ ਨਾਰਮਲ ਟੂ ਪਲੇਨ ਲਾਈਨ ਦੇ ਪਰਪੈਂਡੀਕੂਲਰ ਬਣ ਜਾਂਦਾ, ਉਹ ਵੀ ਕੰਮ ਆ ਸਕਦੀ ਹੈ। ਕਦੋਂ ਸਾਰਾ ਕੁਝ? ਵੈਨ ਲਾਈਨ ਲਾਈਜ਼ ਔਨ ਦਾ ਪਲੇਨ ਜਾਂ ਇਨ ਦਾ ਪਲੇਨ, ਤਾਂ ਉਹ ਕਨਸੈਪਟ ਸੀ। फिर नेक्स्ट 86, द लेंथ ऑफ शॉर्टेस्ट डिस्टेंस बिटवीन टू लाइन्स। दो लाइन्स दित्तियां आपां नूं शॉर्टेस्ट डिस्टेंस का फॉर्मूला, तो डायरैक्ट फॉर्मूला हुंदा देखो जे तां स्क्यू लाइन्स होण, स्क्यू लाइन मतलब ना तो पैरल होण ते ना इंटरसैक्ट करन, फिर तो हुंदा b1 क्रॉस b2 डॉट a2 माइनस a1 अपॉन b1 क्रॉस b2 का मैगनीट्यूड। ਤੇ ਜੇ ਕਿਤੇ ਪੈਰਲਲ ਹੋਣ ਫਿਰ ਆਹ ਵਾਲਾ ਹੁੰਦਾ b ਕ੍ਰੋਸ a2 ਮਾਈਨਸ a1, ਦੋਨੋਂ ਹੀ ਪਤਾ ਹੋਣੇ ਚਾਹੀਦੇ ਆ, ਅਪੋਨ b ਦਾ ਮੈਗਨੀਟਿਊਡ, ਸਾਰੇ ਦਾ ਫਿਰ ਮੈਗਨੀਟਿਊਡ। ਇਹ ਪੈਰਲਲ ਵਾਲੇ ਆ। ਪਤਾ ਕਿਵੇਂ ਲੱਗਦਾ ਸਕਿਊ ਆ ਜਾਂ ਪੈਰਲਲ? ਇਹਨਾਂ ਦੇ b ਵੈਕਟਰ ਤੋਂ। ਆ ਹੁੰਦਾ a ਪਲਸ ਲੈਮਡਾ b, ਆ ਵੀ a ਪਲਸ ਲੈਮਡਾ b ਜਾਂ ਮਿਊ b। ਆ ਜਿਹੜੇ b ਵੈਕਟਰਸ ਆ ਇਹ ਦੇਖ ਲਈਦੇ ਆ ਇਹਨਾਂ ਦੇ ਡਾਇਰੈਕਸ਼ਨ ਰੇਸ਼ੀਓ ਪ੍ਰੋਪੋਰਸ਼ਨਲ ਹੈਗੇ ਆ ਕਿ ਨਹੀਂ। ਜੇ ਤਾਂ ਡਾਇਰੈਕਸ਼ਨ ਰੇਸ਼ੀਓ ਪ੍ਰੋਪੋਰਸ਼ਨਲ ਆ ਦੈਨ ਥੀਸ ਆਰ ਪੈਰਲਲ ਲਾਈਨਸ, ਅਦਰਵਾइज स्क्यू लाइन्स। तो -4 बाय -4 1 आना, 3 बाय 1 3 आना, ठीक है, 2 बाय 1 2 आना, नहीं है प्रोपोर्शनल। सो स्क्यू लाइन ही आही वाला लगूगा। स्क्यू लाइन्स आ अपने को a1 आ b1, ठीक है, आ अपने को देखो a1 वैक्टर, आ b1 वैक्टर, इधर a2 वैक्टर एंड b2 वैक्टर। सो पहला b1 क्रॉस b2 लभांगे, फिर वह a2 माइनस a1 ਨਾਲ डॉट करांगे, फिर पुट करांगे। आ देखो b1 क्रॉस b2, क्रॉस प्रोडक्ट किवें करीदा? पहला आई जे के, फिर b1 के कंपोनेंट्स, b2 के कंपोनेंट्स, 3 माइनस 2 1 बन गया, -4 प्लस 8 4 बन गया, -4 प्लस 12 8 बन गया। हुण अपने को वैक्टर बन गया प्रॉपर। चलो हुण इहदा a2 माइनस a1, चलो मैगनीट्यूड पहलां लभ लईए, उहदी भी लोड़ पैनी है इत्थे। b1 क्रॉस b2 के मैगनीट्यूड की भी लोड़ पैनी है। 1 16 64 81 बन गया, 81 का रूट 9। हुण a2 माइनस a1 भी कर लो क्योंकि वो डॉट करने की लोड़ पैनी है आपको। a2 चो a1 घटा दें, -2i चों सीधा इत्थे लिख दें ब्रैकेट नाल, -2i कैप प्लस 7k कैप -3i प्लस 6j, तो आ बन गया i कैप, आप -6j प्लस 7k। हुण फॉर्मूले च पुट करांगे आप सारा कुछ। सो नाउ शॉर्टर डिस्टेंस b1 क्रॉस b2 का a2 माइनस a1 ਨਾਲ डॉट करना, i वाले का i वाले ਨਾਲ करांगे, 1 into 1 -4 into -6 8 into 7 अपॉन b1 क्रॉस b2 का मैगनीट्यूड, अपॉन तो 9 ही आना, 56 57 तो ए विच 24 ऐड कर दिए 81 बाय 9 9 बन गया। सो किहड़ा ऑप्शन आ गया? ऑप्शन नंबर डी। सो आ फॉर्मूला याद रखना तुसीं, पहलां b1 क्रॉस b2 फाइंड कर लिया, फिर a2 माइनस a1, फिर दोवां दा इन्हां ते b1 क्रॉस b2 ते a2 माइनस a1 का डॉट प्रोडक्ट करता, अपॉन तो b1 क्रॉस b2 का मैगनीट्यूड आना सी। जे किते पैरलल लाइन हुंदियां b1 ते b2 प्रोपोर्शनल हुंदे डायरैक्शन रेशियो इन्हां दे, फिर आ फॉर्मूला लगदा, फिर वो b आपां सेम कर लैंदे, पहलां तां इत्थों कॉमन वगैरह लैके म्यू च मर्ज करके बी एग्जैक्टली सेम बना लेंगे, फिर आप आ फॉर्मूला लगा देंगे। बाहर भी मैगनीट्यूड लेना सी, फिर बाहरले मैगनीट्यूड ने ही उन्होंने स्केलर बनाना सी। सो इसका ऑप्शन आ गया ऑप्शन नंबर डी 9। नैक्सट है फिर अपने को 87th, द कंपलैक्स नंबर z विच सैटिस्फाई द इक्वेशन दिस लाइज ऑन विच एक्सिस।
ਤਾਂ ਆਪਾਂ ਇਹ ਦੱਸਣਾ ਵੀ ਕਿਹੜੀ ਐਕਸਿਸ ਤੇ ਲਾਈ ਕਰੂਗਾ। ਬਸ z ਨੂੰ ਪੁੱਟ ਕਰ ਲਓ x plus ਆਈਟਾ y ਨੂੰ ਸੋਲਵ ਕਰਕੇ ਆਰਾਮ ਨਾਲ ਪਤਾ ਲੱਗ ਜਾਊਗਾ। ਰੀਅਲ ਪਾਰਟ ਅਲੱਗ ਕਰ ਲਓ, ਇਮੈਜਨਰੀ ਅਲੱਗ। ਸੋ ਕੱਲੇ ਕੱਲੇ ਦਾ ਮੈਗਨੀਟਿਊਡ ਹੋ ਜਾਊਗਾ x ਸਕੁਅਰ plus y minus 3 ਦਾ ਸਕੁਅਰ ਸਾਰੇ ਦਾ ਅੰਡਰ ਰੂਟ, x ਸਕੁਅਰ plus y plus 3 ਦਾ ਸਕੁਅਰ ਸਾਰੇ ਦਾ ਅੰਡਰ ਰੂਟ ਇਜ਼ ਇਕੁਅਲ ਟੂ 1। ਸਕੇਅਰਿੰਗ ਬੋਥ ਸਾਈਡ ਤੇ ਕ੍ਰਾਸ ਮਲਟੀਪਲਾਈ ਕਰ ਦਾਂਗੇ। ਕਟਿੰਗ ਹੋ ਜਾਣੀ ਹੈ। ਸੋ ਆਪਣੇ ਕੋਲ ਕੀ ਬਚ ਗਿਆ -12y ਇਜ਼ ਇਕੁਅਲ ਟੂ 0 ਡੈਟ ਇਜ਼ y ਇਜ਼ ਇਕੁਅਲ ਟੂ 0। ਤਾਂ ਜੇ y 0 ਹੋਵੇ ਤਾਂ z ਆਪਣਾ x ਹੀ ਰਹਿ ਜਾਂਦਾ ਨਾ। z ਕਿਹਦੇ ਇਕੁਅਲ ਆ ਜਾਂਦਾ x ਦੇ ਇਕੁਅਲ, ਡੈਟ ਇਜ਼ z ਲਾਈਜ਼ ਔਨ ਰੀਅਲ ਐਕਸਿਸ। x ਐਕਸਿਸ ਕਹਿ ਲਓ ਜਾਂ ਰੀਅਲ ਐਕਸਿਸ, x ਐਕਸਿਸ ਆ ਜਾਊਗਾ ਆਪਸ਼ਨ ਨੰਬਰ ਹੀ। ਸਪੁੱਟ ਕਰਕੇ ਦੇਖ ਲਓ ਸਿੰਪਲੀ, ਇਮੈਜਨਰੀ ਪਾਰਟ 0 ਹੋ ਗਿਆ ਨਾ। ਸੋ z ਆਪਣਾ ਰੀਅਲ ਐਕਸਿਸ ਜਾਂ x ਐਕਸਿਸ ਤੇ ਆ ਗਿਆ। ਸਿੰਪਲੀ x plus ਆਈਟਾ y ਪੁੱਟ ਕਰੋ ਤੇ ਇਹਨੂੰ ਸੋਲਵ ਕਰ ਲਓ। ਫਿਰ ਨੈਕਸਟ ਹੈ ਆਪਣੇ ਕੋਲ 88 z ਦਾ ਮੋਡ ਫਾਈਂਡ ਕਰਨਾ, ਆਈਟਾ z ਕਿਊਬ। ਤਾਂ ਇਹਦੇ ਆਪਾਂ ਫੈਕਟਰ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਦੇਖੋ ਇੱਥੇ ਨੂੰ ਤਰੀਕੇ ਨਾਲ ਲਿਖ ਲਾਂਗੇ z ਸਕੁਅਰ ਨੂੰ, ਇੱਥੇ ਆਪਾਂ ਮਾਈਨਸ ਆਈਟਾ ਸਕੁਅਰ ਆਪਣੇ ਵੱਲੋਂ ਲਿਖ ਸਕਦੇ ਹਾਂ। ਦੇਖੋ ਮਾਈਨਸ ਆਈਟਾ ਸਕੁਅਰ 1 ਹੁੰਦਾ ਨਾ, ਆਈਟਾ ਸਕੁਅਰ -1 ਮਾਈਨਸ ਇੰਟੂ -1 ਪਲੱਸ 1। ਸੋ ਇੱਥੇ ਆਪਦੇ ਵੱਲੋਂ ਮਾਈਨਸ ਆਈਟਾ ਸਕੁਅਰ ਪਾ ਲਿਆ ਤਾਂ ਕਿ ਫੈਕਟਰਸ ਬਣ ਜਾਣ। ਇੱਥੋਂ ਆਈਟਾ z ਸਕੁਅਰ ਕਾਮਨ ਆ ਗਿਆ, फैक्टर बना लो। सो आइदर फर्स्ट 0 और सैकेंड 0। इतों आ गया z स्केयर 1 बाय आइटा, 1 बाय आइटा माइनस आइटा ही होंदा। सो हुण आपां नूं z दा मॉड चाहिदा, मॉड लैके देख लो। इत्थों दा मॉड कितना आ गया, आइटा दा मॉड 1 ही हुंदा, 0 स्केयर प्लस 1 स्केयर दा अंडर रूट। ठीक है, इस तरह लिख लो, लिखना तो जो सीधा ही आइटा दा 1 पता ही है, 1 हो गया। इत्थों मॉड लईए, अगेन आइटा दा मॉड 1 ही है, इनू मॉड z का स्केयर लिख सकते हैं। तो जो मॉड z का स्केयर 1 आ तो मॉड z भी कितना होगा, 1 होगा। सो कितना आ गया फिर अपने को मॉड z, दोनों केसेस में ही 1 आ गया। फैक्टर बना के पहले z फाइंड कर लिया, इतों चलो z स्केयर मिल गया, z स्केयर का मॉड जो 1 आ तो z का मॉड भी 1 होगा। तो दोनों केसेस मॉड z अपने को 1 मिल गया, ऑप्शन नंबर ही। फिर नेक्स्ट है 89th, if 1 plus iota is a root of the equation this, then the other root। एक रूट आपां नूं दसता 1 plus iota, दूजा रूट फाइंड करना। तो इत्थे हुण जे तां हुंदे अपने कोल सारे रियल कोएफिशिएंट, इत्थे कंपलैक्स कोएफिशिएंट आ गए ना, जे तां हुंदे सारे रियल कोएफिशिएंट ही, फिर तो अपने कोल एक प्रॉपर्टी हुंदी है कि कोई भी जिहड़े अपने कोल इक्वेशन आ उहदे रियल कोएफिशिएंट आ, कोई पॉलीनोमियल इक्वेशन आ उहदे रियल कोएफिशिएंट होण, दैन कंपलैक्स रूट्स आ जिहड़े वो हमेशा कंजूगेट पेयर च लाई करदे, कंजूगेट पेयर चक्कर करदे। यानी कि जे 1 प्लस आइटा रूट आ तो 1 माइनस आइटा भी होगा। बहुते बच्चों ने तो काली काली च वो पता होना तो आही टिक ला देनी है, बट उदों हुंदा जे कोएफिशिएंट रियल होण, बट इत्थे कोएफिशिएंट तां की आ, इमेजिनरी है। सो इत्थे वो रूल नहीं लगना, इत्थे अपना दूजा कंसैप्ट लगूगा सम ऑफ रूट्स वाला। सम ऑफ रूट्स आपां नूं पता फॉर्मूला -b/a हुंदा, b -1 आ, a 1 आ, 1 आ गया। एक रूट दिता हुण आपां नूं, दूजा फाइंड करना, दूजे नूं अल्फा मान लो या बीटा मान लो। सम ऑफ रूट दिता ना, एक पता दूजा पता करना, बस माइनस करके आ जाऊगा। 1 -1 प्लस आइटा, आइटा मिल गया। सो इस तरह के क्वेश्चन जिहदे इमेजिनरी कोएफिशिएंट होण, रियल तो बाहर चले जाइए, किहड़ा ऑप्शन आ गया पी। तो फिर सम ऑफ रूट का कंसैप्ट ला लो, सम ऑफ रूट्स फाइंड कर लो, दैन सम ऑफ रूट चों एक रूट माइनस कर दो। ठीक है, 1 चों 1 माइनस आइटा माइनस करता, सैकेंड रूट मिल जाता आपां। जे किते कोएफिशिएंट रियल हुंदे फिर आपां कहंदे भी कंजूगेट पेयर चक्कर करनगे ये, फिर सीधा ही आना सी 1 प्लस आइटा तो 1 माइनस आइटा। वो भुलेखा पाउण लई तां ही ऑप्शन ए दिता होया, काफ़ी बच्चे उत्ते टिक कर जाणगे। फिर नेक्स्ट, विच वन ऑफ द स्टेटमेंट्स इज इनकरैक्ट, विच वन ऑफ द फॉलोइंग इज इनकरैक्ट, गलत दसनी है। पहले की कहते हैं 100 डिग्री इज इक्वल टू 200 ग्रेडियंस इज इक्वल टू पाई रेडियंस। इनू ग्रेड भी कहते हैं या ग्रेडियन कहते हैं।
ये बिल्कुल सही है, यही स्टैंडर्ड रिजल्ट होंगे अपने को। 90 डिग्री 100 ग्रेड होंगे अपने को, 90 डिग्री 100 ग्रेड एंगल के यूनिट आ सारे ये, तो π/2 रेडियन, बस उन्होंने डबल करके आया रिजल्ट, सही है पहला। तो सैकेंड कहते पीरियड ऑफ मॉड साइन पाई इज़ पाई। तो साइन पाई का अपन देखो पता ग्राफ किस तरह का होंगे, वैसे कल्ले साइन पाई का इस तरह का होंगे, 2 पाई वह पीरियड होंगे, पर जो मॉड लै लीए फिर उपर ही रह जाता होंगे कल्ला इस तरह करके, तो वह पीरियड भी पाई रह जाता कल्ला। सिमिलरली कॉस पाई का भी कल्ला उपर ही रह जाऊगा। सो ये भी बिल्कुल सही है, मॉड साइन आ जिहड़ा ਉਹਦਾ पीरियड अपने को पाई है। पीरियड मतलब भी किन्ने इंटरवल बाद वो वैल्यू रिपीट करता रहता अपनी। फिर थर्ड कोसीकेंट थीटा की वैल्यू ग्रेटर दैन इक्वल टू 1 और कोसीकेंट थीटा लैस दैन इक्वल टू -1। ये भी सही है, डायरैक्ट आपको रेंज पता होंगी है, साइन थीटा की होंगी है -1 to 1। जो इसका रेसिप्रोकल लवांगे या तो 1 तो वड्डा होगा या -1 तो छोटा होगा, इन बिटवीन नहीं आऊगा। सो या तो ग्रेटर दैन इक्वल टू 1 या लैस दैन इक्वल टू -1। सो आही ऑप्शन बच गया। ਹੁਣ ਕੀ ਸੀ, ਸਾइन n ਪਾਈ ਪਲੱਸ ਥੀਟਾ ਇਜ਼ ਇਕੁਅਲ ਟੂ ਸਾइन ਥੀਟਾ। ਪੀਰੀਅਡ ਕਹਿੰਦੇ n ਪਾਈ ਹੁੰਦਾ, ਬਟ ਆਪਾਂ ਨੂੰ ਪਤਾ ਵੀ 2 ਪਾਈ ਦੇ ਇੰਟਰਵਲ ਤੋਂ ਬਾਅਦ ਰਿਪੀਟ ਕਰਦਾ ਇਹ 2n ਪਾਈ ਆਣਾ ਸੀ। ਸਾइन ਤੇ cos ਦੇ ਪੀਰੀਅਡ ਹੁੰਦੇ ਆ 2 ਪਾਈ, tan ਦਾ ਪੀਰੀਅਡ ਹੁੰਦਾ ਪਾਈ। ਸੋ 2 ਪਾਈ ਦੇ ਇੰਟਰਵਲ ਤੋਂ ਬਾਅਦ ਰਿਪੀਟ ਕਰਦੇ ਰਹਿੰਦੇ ਆ। ਸੋ ਇਹ ਗਲਤ ਆ ਗਿਆ, ਮਤਲਬ ਇਹ ਸਹੀ ਆਪਸ਼ਨ ਬਣ ਗਿਆ। ਇਹ ਸਟੇਟਮੈਂਟ ਕਰੈਕਟ ਇਨਕਰੈਕਟ ਆ, ਇਹ ਤੇ ਟਿਕ ਲੱਗੂਗੀ। ਫਿਰ ਨੈਕਸਟ cos 15 माइनस साइन 15, cos 15 माइनस साइन 15। तो पहला cos 15 लभ लें, फिर साइन 15। cos 45 माइनस 30 कर दो, इनू भी साइन 45 माइनस 30 कर दो, 60 माइनस 45 भी कर सकते हैं। सो cos x cos y, काली काली सीधी वैल्यू भी लिख सकते हैं, प्लस साइन x साइन y, फिर माइनस साइन x साइन एक्स माइनस वाई, साइन एक्स कॉस वाई माइनस कॉस एक्स साइन वाई, 1/√2 √3/2 1/√2 1/2 1/√2 √3/2 प्लस कर दो 1/√2 1/2। आ सेम हो गई, देखो कैंसल, आ डबल हो गई, ट्वाइस इंटू 1/√2 इंटू 1/2, ट्वाइस करता ना x प्लस x 2x, कैंसल हो के बन गया 1/√2। सो किहड़ा ऑप्शन बन गया फिर, ऑप्शन नंबर बी, ऑप्शन बी आ गया। फिर नैक्सट इफ cos थीटा इज इक्वल टू cos पाई, ये तो बेसिक जो रिजल्ट है सारे पता होना है। तो थीटा कितना होंदा 2n पाई प्लस माइनस अल्फा। ये सारे आ देखो, ये साइन वाला सीगा, जे साइन थीटा इज इक्वल टू साइन अल्फा होंदा तो थीटा होंदा n पाई प्लस -1 रेज़ टू पावर n अल्फा, प्लस 1 का कंसैप्ट है बेसिक। tan थीटा इज इक्वल टू tan अल्फा होंदा, फिर आ आना सी n पाई प्लस अल्फा। ये साइन वेले आना सी, ये कॉस वेले, आ tan वेले, तो आ अपना कॉस वेले जिहड़ा कि रिक्वायर्ड है इत्थे, ऑप्शन नंबर बी। 93rd विच वन ऑफ द फॉलोइंग स्टेटमेंट्स इज इनकरैक्ट। गलत दसनी आपां। log z इज एनालिटिक एवरीवेयर, एनालिटिक होंदा डिफरेंशिएबल, log z हर किते डिफरेंशिएबल किते हो सकता, ये तो डिफाइंड ही ग्रेटर दैन 0 ਲਈ है। log z उदों ही डिफाइंड है जो z ग्रेटर दैन 0 है, z ਨੂੰ 0 भर दो या लैस दैन 0 भर दो, डिफाइंड ही नहीं रहिंदा है। सो यही गलत अपने को, ये ते टिक लग जानी है। बाकी किते वैसे एनालिटिक होंदा है, जे इस तरह कहते भी log z इज एनालिटिक इन इट्स डोमेन, आपकी डोमेन च एनालिटिक होंदा है, बट ये एवरीवेयर कह रहे हैं, एवरीवेयर नहीं ना हो सकता, कई जगह तो डिफाइन ही है नहीं ये। बाकी देख लेने, इफ एफ जैड इज एनालिटिक एंड हैज़ कॉन्स्टेंट मॉडुलस दैन एफ जैड इज कॉन्स्टेंट, ये भी ठीक है। कोई भी एनालिटिक फंक्शन आ जिहड़ा ते उहदा जिहड़ा मॉडुलस आ कॉन्स्टेंट आ, मतलब बाउंडेड फंक्शन हो गया ना। तो एनालिटिक ते बाउंडेड फंक्शन की हुंदा अपने कोल, वो कॉन्स्टेंट हुंदा, लिवलिस थ्योरम हुंदी है। तो ये भी बिल्कुल डायरैक्ट सही है। अब बाईलीनियर ट्रांसफॉर्मेशन मैप सर्कल्स इनटू सर्कल्स, ये भी ठीक है। फिर डी zed बाय z माइनस ए इंटैग्रल करना 2 पाई आइटा, तो ये अपने कोल फॉर्मूला हुंदा ਇਹਦਾ। एफ जैड मान लो कोई एनालिटिक आ, थले z माइनस ए है, ठीक है, किसी आप देख रहे हैं z माइनस ए आर, जिमें इस तरह करके, तो यदा आ जाता होंदा 2 पाई आइटा इंटू एफ ऑफ ए, 2 पाई आइटा इंटू एफ ऑफ ए। तो इत्थे एफ जैड अपना 1 ही है ना, जो कुछ है नहीं तो 2 पाई आइटा इंटू 1 आ जाना,
2 ਪਾਈ ਆਈਟਾ ਇੰਟੂ 1 2 ਪਾਈ ਆਈਟਾ ਹੀ ਰਹਿ ਗਿਆ। ਸਹੀ ਹੈ। ਸੋ ਆਹ ਆਪਣਾ ਇਨਕਰੈਕਟ ਆਪਸ਼ਨ ਆ log z ਇਜ਼ ਐਨਾਲਿਟਿਕ ਐਵਰੀਵੇਅਰ ਵਾਲਾ। ਫਿਰ ਨੈਕਸਟ ਹੈ 94 ਰੈਜ਼ੀਡਿਊ ਫਾਈਂਡ ਕਰਨਾ। ਇੱਕ ਫੰਕਸ਼ਨ ਦਿੱਤਾ ਉਹਦਾ ਰੈਜ਼ੀਡਿਊ ਕੀ ਆਊਗਾ। ਇਹ ਫੈਕਟਰ ਬਣ ਜਾਂਦੇ ਆ z-2। ਇਹਦੇ ਰੈਜ਼ੀਡਿਊ ਜਾਂ ਤਾਂ 0 ਤੇ ਪੁੱਛ ਸਕਦੇ ਸੀ ਜਾਂ 2 ਤੇ। ਪੋਲ ਤੇ ਪੁੱਛਦੇ ਹੁੰਦੇ ਆ। ਪੋਲ ਮਤਲਬ ਇਸ ਤਰ੍ਹਾਂ ਦਾ ਪੁਆਇੰਟ ਜਿੱਥੇ ਆਪਣਾ ਫੰਕਸ਼ਨ ਇਨਫਿਨਿਟੀ ਬਣ ਜੇ। ਤਾਂ ਰੈਜ਼ੀਡਿਊ ਦਾ ਕੀ ਫਾਰਮੂਲਾ ਹੁੰਦਾ, ਰੈਜ਼ੀਡਿਊ ਐਟ z ਇਜ਼ ਇਕੁਅਲ ਟੂ 2। ਤਾਂ ਜੇ z ਇਜ਼ ਇਕੁਅਲ ਟੂ z0 ਹੋਵੇ z ਮਾਈਨਸ z0 ਨਾਲ ਮਲਟੀਪਲਾਈ ਕਰ ਦਈਦਾ। ਜੇ ਰੈਜ਼ੀਡਿਊ ਐਟ z ਇਜ਼ ਇਕੁਅਲ ਟੂ z0 ਹੋਵੇ ਤਾਂ z ਮਾਈਨਸ z0 ਨਾਲ ਮਲਟੀਪਲਾਈ ਕਰ ਦਿਓ ਫੰਕਸ਼ਨ ਨੂੰ ਤੇ ਲਿਮਿਟ ਲੈ ਲਓ z ਟੈਂਡਸ ਟੂ z0। ਆਹ ਰੈਜ਼ੀਡਿਊ ਦਾ ਫਾਰਮੂਲਾ ਐਟ z ਇਜ਼ ਇਕੁਅਲ ਟੂ z0। ਆਪਾਂ ਨੂੰ ਐਟ 2 ਪੁੱਛਿਆ ਤਾਂ z ਮਾਈਨਸ 2 ਨਾਲ ਮਲਟੀਪਲਾਈ ਕਰ ਦਾਂਗੇ ਤੇ ਲਿਮਿਟ ਲੈ ਲਾਂਗੇ z ਟੈਂਡਸ ਟੂ 2। ਆ ਕੈਂਸਲ ਹੋ ਗਿਆ, ਬਸ ਲਿਮਿਟ ਭਰ ਦਿਓ 2 + 3 / 2 5/2 ਬਣ ਗਿਆ। ਆਪਸ਼ਨ ਨੰਬਰ C ਬਣ ਗਿਆ ਆਪਣੇ ਕੋਲ, ਆਪਸ਼ਨ C 5/2। ਜੇ ਆਪਾਂ ਨੂੰ ਰੈਜ਼ੀਡਿਊ ਇੱਥੇ 0 ਤੇ ਵੀ ਪੁੱਛ ਸਕਦੇ ਸੀ, ਰੈਜ਼ੀਡਿਊ ਐਟ z ਇਜ਼ ਇਕੁਅਲ ਟੂ 0, ਫਿਰ z ਮਾਈਨਸ 0 ਨਾਲ ਮਲਟੀਪਲਾਈ ਕਰਦੇ, ਫਿਰ ਆਹ ਕੈਂਸਲ ਹੋ ਜਾਂਦਾ, ਆਹ ਵਾਲਾ ਕੈਂਸਲ ਹੋ ਜਾਂਦਾ। ਇੱਥੇ ਲਿਮਿਟ ਭਰ ਦਿੰਦੇ 0 + 3 / 0 - 2 -3/2। ਫਿਰ ਨੈਕਸਟ if f of z is analytic and bounded for all z in the entire complex plane then f z is constant। ਉਹੀ ਐਨਾਲਿਟਿਕ ਐਂਡ ਬਾਉਂਡਡ ਫੰਕਸ਼ਨ ਆ ਜਿਹੜਾ ਉਹ ਕਨਸਟੈਂਟ ਹੁੰਦਾ। ਹੁਣੇ ਆਪਾਂ ਪਿੱਛੇ ਗੱਲ ਕੀਤੀ ਲਿਵਲੀਜ਼ ਥਿਊਰਮ ਹੁੰਦੀ ਹੈ। ਆਪਸ਼ਨ ਨੰਬਰ C ਬਣ ਗਿਆ। ਸੋ 95th ਦਾ ਬਣ ਗਿਆ ਆਪਸ਼ਨ ਨੰਬਰ C।